ਸਤਿ ਸ਼੍ਰੀ ਅਕਾਲ, ਮੈਂ ਹੈਪੀ ਥੀਨਸਾ 21 ਡੇਜ਼ ਟੂ ਹੈਪੀਨੈਸ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਸਭ ਦੇ ਨਾਲ ਆਪਣੇ ਵਿਚਾਰਾਂ ਨੂੰ ਸਾਂਝੇ ਕਰਨ ਦੇ ਵਾਸਤੇ ਹਾਜ਼ਰ ਹਾਂ। ਵਨਸ ਅਗੇਨ ਥੈਂਕ ਯੂ ਸੋ ਮਚ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨ ਦੇ ਵਾਸਤੇ ਮੈਸੇजेस ਦੇ ਰਾਹੀਂ, ਈਮੇਲਸ ਦੇ ਰਾਹੀਂ। ਜਿਵੇਂ ਮੈਂ ਪਹਿਲਾਂ ਵੀ ਕਹਿੰਦੀ ਹਾਂ, ਇਸ ਗੱਲ ਨੂੰ ਐਕਸੈਪਟ ਕਰਨ ਦੇ ਵਾਸਤੇ ਕਿ ਤੁਹਾਡੇ ਨਾਲ ਕੁਝ ਬੁਰਾ ਹੋ ਰਿਹਾ ਹੈ, ਬਹੁਤ ਜ਼ਿਆਦਾ ਹੌਸਲਾ ਚਾਹੀਦਾ ਹੈ। ਬਹੁਤ ਵਾਰ ਅਸੀਂ ਇਸ ਗੱਲ ਨੂੰ ਐਕਸੈਪਟ ਕਰਦੇ ਕਰਦੇ ਇੰਨਾ ਸਮਾਂ ਲੰਘਾ ਦਿੰਦੇ ਹਾਂ ਕਿ ਉਸ ਤੋਂ ਬਾਅਦ ਵਿੱਚ ਅਸੀਂ ਡੂੰਘੇ ਡਿਪਰੈਸ਼ਨ ਦੇ ਵਿੱਚ ਸਿਰਫ ਇਸ ਵਾਸਤੇ ਚਲੇ ਜਾਂਦੇ ਹਾਂ ਕਿਉਂਕਿ ਅਸੀਂ ਪਹਿਲਾਂ ਤਾਂ ਸਮਾਂ ਲੰਘਾ ਦਿੱਤਾ ਡਿਸੀਜ਼ਨ ਕਰਦੇ ਕਰਦੇ ਜਾਂ ਇਹ ਐਕਸੈਪਟ ਕਰਦੇ ਕਰਦੇ। ਪਰ ਆਪਣੇ ਆਪ ਨੂੰ ਕਸੂਰਵਾਰ ਨਾ ਮੰਨਿਓ। ਰੀਜ਼ਨ ਬੀਇੰਗ, ਜਦੋਂ ਤੁਸੀਂ ਕੋਵਰਟ ਅਬਿਊਜ਼ ਦੇ ਵਿੱਚੋਂ ਲੰਘ ਰਹੇ ਹੁੰਦੇ ਹੋ, ਕੋਵਰਟ ਅਬਿਊਜ਼ ਜਿਹੜੀ ਅਬਿਊਜ਼ ਨਜ਼ਰ ਨਹੀਂ ਆਉਂਦੀ, ਸੋ ਜਦੋਂ ਤੁਸੀਂ ਕੋਵਰਟ ਅਬਿਊਜ਼ ਦੇ ਵਿੱਚੋਂ ਲੰਘ ਰਹੇ ਹੋ, ਉਸ ਵੇਲੇ ਇਹ ਐਕਸੈਪਟ ਕਰਨਾ ਕਿ ਅਬਿਊਜ਼ ਹੋ ਰਹੀ ਹੈ, ਚੱਲ ਰਹੀ ਹੈ, ਇਹ ਬਹੁਤ ਵੱਡਾ ਹੌਸਲਾ ਚਾਹੀਦਾ ਹੁੰਦਾ ਇਸ ਵਾਸਤੇ। ਤੇ ਜੇ ਤੁਸੀਂ ਇਹ ਹੌਸਲਾ ਕਰ ਚੁੱਕੇ ਹੋ ਨਾ, ਤੁਸੀਂ ਬਹੁਤ ਬਹਾਦਰ ਹੋ। ਮੈਂ ਤੁਹਾਡੇ ਨਾਲ ਹਾਂ। ਮੈਂ ਇਸ ਗੱਲ 'ਤੇ ਪੂਰਾ ਯਕੀਨ ਕਰਦੀ ਹਾਂ ਕਿ ਤੁਸੀਂ ਜਿਸ ਚੀਜ਼ 'ਚੋਂ ਵੀ ਲੰਘ ਰਹੇ ਹੋ, ਤੁਸੀਂ ਉਹਦੇ ਵਿੱਚੋਂ ਬਾਹਰ ਸਫਲਤਾਪੂਰਨ ਆ ਜਾਓਗੇ। ਇਹਨਾਂ ਵੀਡੀਓਜ਼ ਦੇ ਨਾਲ ਜੁੜੇ ਰਹਿਣਾ। ਅਗਰ ਹੌਸਲਾ ਹੋਰ ਚਾਹੀਦਾ ਹੈ ਜਾਂ ਅਗਰ ਤੁਸੀਂ ਆਪਣੇ ਦਿਲ ਨੂੰ ਸਿਰਫ ਹੌਲਾ ਕਰਨਾ ਚਾਹੁੰਦੇ ਹੋ, feel free to send me a Facebook message. Feel free to send me an email, 21 days to happiness, HAPINESS @gmail.com. ਸੋ ਅੱਜ ਦੀ ਗੱਲਬਾਤ ਫਿਰ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਕੋਵਰਟ ਅਬਿਊਜ਼ ਹੁੰਦੀ ਹੈ ਨਾ, ਉਹਦੇ ਵਿੱਚ ਜਿਹੜਾ ਅਬਿਊਜ਼ਰ ਹੈ ਉਹਨੇ ਤੁਹਾਨੂੰ ਹਮੇਸ਼ਾ ਇਹ ਮਹਿਸੂਸ ਕਰਾਉਣਾ ਕਿ ਤੁਹਾਨੂੰ ਕੋਈ ਪਸੰਦ ਨਹੀਂ ਕਰਦਾ, ਤੁਸੀਂ ਬਿਲਕੁਲ ਇਕੱਲੇ ਹੋ ਅਤੇ ਤੁਹਾਡੇ ਬਾਰੇ ਬਹੁਤ ਬੁਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇੱਕ ਗੱਲ ਚੇਤੇ ਰੱਖਣਾ, ਇਹ ਗੱਲਾਂ ਕੋਈ ਹੋਰ ਨਹੀਂ ਕਰ ਰਿਹਾ, ਸਿਰਫ ਤੇ ਸਿਰਫ ਤੁਹਾਡਾ ਅਬਿਊਜ਼ਰ ਹੀ ਕਰ ਰਿਹਾ ਤੇ ਸਿਰਫ ਉਹੀ ਇਨਸਾਨ ਇਨਸਿਕਿਉਰ ਹੈ। ਨਾਓ ਇੱਕ ਗੱਲ ਯਾਦ ਰੱਖਣਾ, ਜਦੋਂ ਮੈਂ ਅਬਿਊਜ਼ਰ ਵਰਡ ਕਹਿੰਦੀ ਹਾਂ, ਇਹ ਵਰਡ ਔਰਤ ਵਾਸਤੇ ਵੀ ਹੈ ਤੇ ਆਦਮੀ ਵਾਸਤੇ ਵੀ ਹੈ। ਹਰ ਉਸ ਇਨਸਾਨ ਦੇ ਵਾਸਤੇ ਜਿਹੜਾ ਕਿਸੇ ਹੋਰ ਦਾ ਫਾਇਦਾ ਚੱਕ ਰਿਹਾ ਹੈ ਕਿਸੇ ਵੀ ਤਰੀਕੇ ਦੇ ਨਾਲ, ਇਮੋਸ਼ਨਲੀ, ਫਾਈਨੈਂਸ਼ਲੀ, ਫਿਜ਼ੀਕਲੀ, mentally. Abuse is abuse and covert abuse is the worst. ਜਿਹੜੇ ਅਨਹੀਲਡ ਐਮਪੈਥਸ ਆ ਨਾ, ਜਿਹੜੇ ਦਿਲੋਂ ਚੰਗੇ ਇਨਸਾਨ ਨੇ, ਜਿਹੜੇ ਆਪਣੇ ਘਰ ਨੂੰ ਬਚਾਏ ਰੱਖਣ ਦੇ ਵਾਸਤੇ, ਆਪਣੇ ਬੱਚਿਆਂ ਨੂੰ ਪਰਿਵਾਰ ਦੇਣ ਦੇ ਵਾਸਤੇ ਪਰਿਵਾਰ 'ਚ ਬੈਠੇ ਰਹਿੰਦੇ ਨੇ, ਅਬਿਊਜ਼ ਬਰਦਾਸ਼ਤ ਕਰਦੇ ਰਹਿੰਦੇ ਨੇ, ਇਹ ਉਹਨਾਂ ਸਭ ਦੇ ਵਾਸਤੇ ਸੁਨੇਹਾ ਹੈ ਕਿ ਤੁਸੀਂ ਇਕੱਲੇ ਨਹੀਂ ਹੋ। ਤੁਸੀਂ ਜਿਸ ਵੀ ਘੜੀ ਵਿੱਚੋਂ ਗੁਜ਼ਰ ਰਹੇ ਹੋ, ਉਹ ਪਰਮਾਤਮਾ ਤੁਹਾਨੂੰ ਦੇਖ ਰਿਹਾ ਹੈ, ਤੁਹਾਡੇ ਵਾਸਤੇ ਮਦਦ ਭੇਜ ਰਿਹਾ ਹੈ। Look out for the signs. Universe is always sending us the signs. Because ਜਿਹੜਾ ਯੂਨੀਵਰਸ ਹੈ, ਜਿਹੜਾ ਟੀਚਰ ਹੈ, ਪਰਮਾਤਮਾ ਜਿਹੜਾ ਸਾਡਾ ਟੀਚਰ ਹੈ ਨਾ, ਉਹਦਾ ਸਿਰਫ ਇੱਕ ਮੰਤਵ ਹੈ, ਸਿਰਫ ਇੱਕ ਆਸ਼ਾ ਹੈ, ਉਹ ਸਾਨੂੰ ਸਕਸੈਸਫੁਲ ਚਾਹੁੰਦਾ ਹੈ। ਸਾਡੇ ਅਧਿਆਪਕ, ਸਾਡੇ ਟੀਚਰ ਜਦੋਂ ਸਾਨੂੰ ਟੈਸਟ ਦਿੰਦੇ ਆ ਨਾ, ਉਹ ਇਸ ਵਾਸਤੇ ਸਾਨੂੰ ਟੈਸਟ ਨਹੀਂ ਦਿੰਦੇ ਕਿ ਉਹ ਤੁਹਾਡੀਆਂ ਗਲਤੀਆਂ ਸਿਰਫ ਦੇਖ ਸਕਣ। ਉਹ ਜਾਣਨਾ ਇਹ ਚਾਹੁੰਦੇ ਹੁੰਦੇ ਨੇ ਕਿ ਜੋ ਵੀ ਉਹ ਤੁਹਾਨੂੰ ਸਿਖਾ ਰਹੇ ਸੀ ਤੁਹਾਨੂੰ ਆਇਆ ਕਿ ਨਹੀਂ। ਸੋ ਹੌਸਲਾ ਰੱਖੋ। ਤੁਸੀਂ ਜ਼ਿੰਦਗੀ ਦੇ ਜਿਸ ਇਮਤਿਹਾਨ ਦੇ ਵਿੱਚੋਂ ਵੀ ਜਾ ਰਹੇ ਹੋ ਨਾ, ਟਰਸਟ ਮੀ, ਯੂ ਆਰ ਗੋਇੰਗ ਟੂ ਬੀ ਸਕਸੈਸਫੁਲ। ਤੁਸੀਂ ਇਹਦੇ ਵਿੱਚੋਂ ਬਹੁਤ ਹੀ ਸਫਲਤਾਪੂਰਨ ਬਾਹਰ ਆਓਗੇ। ਇਹ I am the living example. So have faith. Have faith. ਉਸ ਪਰਮਾਤਮਾ 'ਤੇ ਯਕੀਨ ਰੱਖਣਾ। ਸੋ ਜ਼ਿੰਦਗੀ ਦੇ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਫੋਕਸ ਹੈਜ਼ ਟੂ ਬੀ ਔਨ ਯੂ, ਸਪਾਟਲਾਈਟ ਹੈਜ਼ ਟੂ ਬੀ ਔਨ ਯੂ। ਜ਼ਿੰਦਗੀ 'ਚ ਇੱਕ ਫਿਲਮ ਹੈ ਨਾ, ਇੱਕ ਮੂਵੀ ਹੈ, ਤਾਂ ਸੈਂਟਰ ਸਟੇਜ ਤੁਹਾਡੇ ਕੋਲ ਹੈ। ਤੁਸੀਂ ਆਪਣੀ ਮੂਵੀ ਦੇ ਰਾਈਟਰ ਹੋ, ਡਾਇਰੈਕਟਰ ਹੋ, ਅਤੇ ਤੁਸੀਂ ਹੀ ਇਹਦਾ ਸੈਂਟਰ ਸਟੇਜ ਕਰੈਕਟਰ ਹੋ। ਤੁਸੀਂ ਹੀ ਆਪਣੀ ਮੂਵੀ ਦੇ ਵਿੱਚ, ਜ਼ਿੰਦਗੀ ਦੇ ਵਿੱਚ ਟਵਿਸਟ ਲੈ ਕੇ ਆ ਸਕਦੇ ਹੋ ਅਤੇ ਤੁਸੀਂ ਹੀ ਇਹਨੂੰ ਏਕਤਾ ਕਪੂਰ ਦੇ ਡਰਾਮੇ ਦੇ ਵਾਂਗੂ ਲੰਬਾ ਖਿੱਚ ਸਕਦੇ ਹੋ ਤੇ ਪਤਾ ਨਹੀਂ ਕਿਹੋ ਜਿਹਾ ਬਣਾ ਸਕਦੇ ਹੋ। ਜ਼ਿੰਦਗੀ ਵਿੱਚ ਜੋ ਵੀ ਤੁਸੀਂ ਫੈਸਲਾ ਕਰੋਗੇ ਜਾਂ ਕਰ ਰਹੇ ਹੋ, ਜਾਂ ਜੋ ਵੀ ਤੁਸੀਂ ਫੈਸਲੇ ਕੀਤੇ ਨੇ, ਇਹ ਤੁਹਾਡੀ ਜ਼ਿੰਦਗੀ ਦਾ ਰੁਖ ਬਦਲ ਰਹੇ ਨੇ। ਅਤੇ ਜਦੋਂ ਸਾਡੀ ਜ਼ਿੰਦਗੀ ਦੇ ਕੀਤੇ ਹੋਏ ਇਹ ਫੈਸਲੇ ਸਾਡੀ ਜ਼ਿੰਦਗੀ ਦਾ ਰੁਖ ਹਰ ਪਲ ਬਦਲ ਰਹੇ ਨੇ, ਤਾਂ ਫਿਰ ਇਹ ਫੈਸਲੇ ਕਿਉਂ ਨਾ ਅਸੀਂ ਆਪਣੇ ਆਪ ਦੇ ਵਾਸਤੇ ਕਰੀਏ। ਆਪਣੀ ਮਾਨਸਿਕ, ਸਰੀਰਕ, ਆਤਮਿਕ, ਰੂਹਾਨੀ ਖੁਸ਼ੀ ਨੂੰ ਮੁੱਖ ਰੱਖ ਕੇ। ਸਭ ਤੋਂ ਪਹਿਲਾਂ ਵਰਡ ਹੈ ਮਾਨਸਿਕ।
ਤੁਸੀਂ ਮਾਨਸਿਕ ਤੌਰ ਦੇ ਉੱਤੇ ਬਹੁਤ ਸਟਰੋਂਗ ਹੋਣੇ ਚਾਹੀਦੇ ਹੋ। ਤੁਹਾਡੀ ਮਾਨਸਿਕ ਸਿਹਤ ਜੋ ਹੈ ਉਹ ਸਹੀ ਹੋਣੀ ਬਹੁਤ ਜ਼ਰੂਰੀ ਹੈ। ਤੁਹਾਡੇ ਬੱਚੇ ਇੱਕ ਸਿਹਤਮੰਦ ਮਾਂ ਜਾਂ ਬਾਪ ਡਿਜ਼ਰਵ ਕਰਦੇ ਆ ਤੇ ਤੁਸੀਂ ਉਹਨਾਂ ਦੇ ਕੋਲੋਂ ਇਹ ਹੱਕ ਲੈ ਨਹੀਂ ਸਕਦੇ। ਜੇਕਰ ਤੁਸੀਂ ਖੁਸ਼ ਨਹੀਂ ਹੋ ਤਾਂ ਤੁਹਾਡੇ ਬੱਚਿਆਂ ਨੂੰ ਇਹ ਮਹਿਸੂਸ ਹੋ ਜਾਵੇਗਾ, ਕਿਉਂਕਿ ਤੁਸੀਂ ਜੋ ਪਿਆਰ ਆਪਣੇ ਬੱਚਿਆਂ ਨੂੰ ਦਿੱਤਾ ਹੈ, ਜਿਹੜਾ ਕਨੈਕਸ਼ਨ ਤੁਸੀਂ ਆਪਣੇ ਬੱਚਿਆਂ ਦੇ ਨਾਲ ਬਣਾਇਆ ਹੈ, ਉਸ ਕਨੈਕਸ਼ਨ ਦੇ ਨਾਤੇ ਉਹ ਤੁਹਾਡੇ ਦਿਲ ਅੰਦਰਲਾ ਦੁੱਖ ਜ਼ਰੂਰ ਮਹਿਸੂਸ ਕਰਨਗੇ। ਸੋ ਆਪਣੇ ਬੱਚਿਆਂ ਨੂੰ ਇਸ ਸੰਤਾਪ ਦੇ ਵਿੱਚ ਨਾ ਪਾਉਣਾ। ਆਪਣੀ ਜ਼ਿੰਦਗੀ ਦੇ ਫੈਸਲੇ, ਆਪਣੀ ਜ਼ਿੰਦਗੀ ਦੀ ਇਸ ਮੂਵੀ ਦੀ ਡਾਇਰੈਕਸ਼ਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਪਲੀਜ਼ ਇਹ ਮੇਕ ਸ਼ੋਰ ਕਰਨਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਕਿਸੇ ਦੇ ਵੱਲੋਂ ਅਬਿਊਜ਼ ਨਹੀਂ ਹੋ ਰਹੇ, ਮੈਨੀਪੂਲੇਟ ਨਹੀਂ ਹੋ ਰਹੇ ਤੇ ਤੁਹਾਡੀ ਜ਼ਿੰਦਗੀ ਦੇ ਫੈਸਲੇ ਤੁਹਾਨੂੰ ਮੁੱਖ ਰੱਖ ਕੇ ਨੇ। ਤੁਸੀਂ ਜ਼ਿੰਦਗੀ ਦੇ ਫੈਸਲੇ ਫੌਗ ਦੇ ਅਧੀਨ ਨਹੀਂ ਕਰ ਰਹੇ। ਫੌਗ ਨੂੰ ਜੇ ਆਪਾਂ ਵੈਸੇ ਹੀ ਗੱਲ ਕਰੀਏ ਤਾਂ ਧੁੰਦ ਹੁੰਦੀ ਹੈ। ਧੁੰਦ ਦੇ ਵਿੱਚ ਫੈਸਲਾ ਲੈਣਾ, ਧੁੰਦ ਦੇ ਵਿੱਚ ਦਿਖਣਾ ਬਹੁਤ ਔਖਾ ਹੋ ਜਾਂਦਾ ਹੈ। ਪਰ ਐਟ ਦ ਸੇਮ ਟਾਈਮ ਜਦੋਂ ਆਪਾਂ ਫੈਸਲੇ ਲੈਂਦੇ ਹਾਂ ਤਾਂ ਉਸ ਵੇਲੇ ਫੌਗ ਦਿਮਾਗ ਦੇ ਵਿੱਚ ਆਉਂਦੀ ਹੈ, ਫੀਅਰ, ਆਬਲੀਗੇਸ਼ਨ, ਗਿਲਟ। ਸੋ ਯਾਦ ਰੱਖਣਾ ਕਿ ਜਦੋਂ ਵੀ ਕੋਈ ਫੈਸਲਾ ਲੈਣ ਲੱਗੋ, ਜਦੋਂ ਵੀ ਕੁਝ ਕਹਿਣ ਲੱਗੋ, ਜਦੋਂ ਵੀ ਆਪਣੇ ਮਨ ਨੂੰ ਮਾਰਨ ਲੱਗੋ, ਇਹ ਯਾਦ ਰੱਖਣਾ ਹੈ ਫੌਗ ਦੇ ਵਿੱਚ ਆ ਕੇ ਕਦੇ ਕੋਈ ਡਿਸੀਜਨ ਨਹੀਂ ਕਰਨਾ। ਫੀਅਰ, ਆਬਲੀਗੇਸ਼ਨ ਜਾਂ ਗਿਲਟ। ਫੀਅਰ ਇਸ ਗੱਲ ਦਾ ਕਿ ਤੁਹਾਨੂੰ ਇਸ ਚੀਜ਼ ਦੇ ਕੌਨਸੀਕੁਐਂਸਸ ਭੁਗਤਣੇ ਪੈਣਗੇ, ਇਸ ਤਰ੍ਹਾਂ ਕਿ ਤੁਸੀਂ ਸਾਇਲੈਂਟ ਟ੍ਰੀਟਮੈਂਟ ਦੇ ਵਿੱਚ ਆਓਗੇ ਜਾਂ ਤੁਹਾਡੀ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਸਕਦੀ ਹੈ। ਤੁਸੀਂ ਫਿਜ਼ੀਕਲ ਵਾਇਲੈਂਸ ਜਾਂ ਡੋਮੈਸਟਿਕ ਵਾਇਲੈਂਸ ਜਿਹੜੀ ਹੁੰਦੀ ਹੈ ਉਹਦੇ ਵੀ ਸ਼ਿਕਾਰ ਹੋ ਸਕਦੇ ਹੋ। ਸੋ ਫੀਅਰ, ਜੇ ਫੀਅਰ ਤਹਿਤ ਫੈਸਲੇ ਕਰ ਰਹੇ ਹੋ ਤੁਸੀਂ ਆਲਰੇਡੀ ਅਬਿਊਸਿਵ ਰਿਲੇਸ਼ਨਸ਼ਿਪ ਦੇ ਵਿੱਚ ਹੋ। ਆਬਲੀਗੇਸ਼ਨ, ਜਦੋਂ ਤੁਹਾਨੂੰ ਕੋਈ ਇਹ ਮਹਿਸੂਸ ਕਰਾਉਂਦਾ ਹੈ ਕਿ ਤੂੰ ਮੈਨੂੰ ਉਹ ਕਰਦਾ ਹੈ, ਮੈਂ ਤੇਰੇ ਲਈ ਆਹ ਕੀਤਾ, ਤੈਨੂੰ ਮੇਰੇ ਲਈ ਇਹ ਕਰਨਾ ਪਏਗਾ, ਜਦੋਂ ਵੀ ਇੱਦਾਂ ਕੀਤਾ ਜਾਂਦਾ ਇਹ ਵੀ ਅਬਿਊਜ਼ ਹੈ। ਗਿਲਟ, ਜਦੋਂ ਤੁਹਾਡੇ ਕਿਸੇ ਵੀ ਕੰਮ ਨੂੰ ਤੁਹਾਡੇ ਅੱਗੇ ਲਿਆ ਕੇ ਟਵਿਸਟ ਕਰਕੇ ਵਿੱਚੋਂ ਹਿੱਸੇ ਕੱਢ ਕੇ ਇੱਕ ਵੱਖਰਾ ਹੀ ਮੜੰਗਾ ਬਣਾ ਕੇ ਜੋ ਤੁਹਾਡੇ ਅੱਗੇ ਲਿਆ ਕੇ ਤੁਹਾਨੂੰ ਗਿਲਟੀ ਫੀਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਡੇ ਕਿਸੇ ਵੀ ਐਕਸ਼ਨ ਦੇ ਰਾਹੀਂ। ਤੁਸੀਂ ਕੰਮ ਸਾਰੇ ਕਰ ਰਹੇ ਹੋ ਬਾਕੀਆਂ ਨੂੰ ਖੁਸ਼ ਕਰਨ ਦੇ ਵਾਸਤੇ ਤੇ ਤੁਹਾਡੇ ਅੱਗੇ ਗਿਲਟ ਲਿਆਇਆ ਜਾ ਰਿਹਾ ਸੀ। ਇੱਥੇ ਜਿਹੜੀ ਇਹ ਚੀਜ਼ ਹੈ ਉਹ ਹੈ ਤੁਸੀਂ ਕੰਮ ਕਰ ਰਹੇ ਹੋ ਬਾਕੀਆਂ ਨੂੰ ਖੁਸ਼ ਕਰਨ ਦੇ ਵਾਸਤੇ ਤੇ ਇਹੀ ਸਭ ਤੋਂ ਵੱਡੀ ਗਲਤੀ ਹੈ। ਤੁਹਾਡਾ ਕੀਤਾ ਕੋਈ ਵੀ ਕਾਰਜ ਜਾਂ ਫੈਸਲਾ ਸਭ ਤੋਂ ਪਹਿਲਾਂ ਤੁਹਾਡੇ ਦਿਲ ਨੂੰ, ਤੁਹਾਡੀ ਰੂਹ ਨੂੰ, ਤੁਹਾਡੇ ਦਿਮਾਗ ਨੂੰ ਸੰਤੁਸ਼ਟ ਤੇ ਖੁਸ਼ ਕਰਨਾ ਚਾਹੀਦਾ ਹੈ। ਅਗਰ ਇਹ ਨਹੀਂ ਹੋ ਰਿਹਾ ਤੇ ਫਿਰ ਆਪਣੇ ਆਲੇ ਦੁਆਲੇ, ਆਪਣੇ ਇਰਦ ਗਿਰਦ ਦੇਖਣ ਦੀ ਜ਼ਰੂਰਤ ਹੈ ਕਿ ਕੀ ਚੱਲ ਰਿਹਾ ਹੈ। ਇਸ ਵੀਡੀਓ ਦੇ ਇਸ ਹਿੱਸੇ ਤੱਕ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਤੁਸੀਂ ਬਹੁਤ ਹੀ ਸਫਲ ਹੋ ਚੁੱਕੇ ਹੋ ਆਪਣੇ ਬੱਚਿਆਂ ਨੂੰ ਘਰ ਦੀ ਅਬਿਊਸਿਵ ਸਿਚੁਏਸ਼ਨ ਦੇ ਵਿੱਚੋਂ ਪਰੇ ਰੱਖਣ ਦੇ ਵਾਸਤੇ, ਇੱਕ ਵਾਰੀ ਦੁਬਾਰਾ ਜ਼ਰੂਰ ਨਜ਼ਰ ਮਾਰਨਾ। ਤੁਹਾਡੇ ਬੱਚਿਆਂ ਦਾ ਬਿਹੇਵੀਅਰ ਤੁਹਾਨੂੰ ਬਿਲਕੁਲ ਦੱਸ ਦੇਗਾ। ਉਹ ਬਹੁਤ ਜ਼ਿਆਦਾ ਕੁਆਇਟ ਹੋਣਗੇ, ਡਰੇ ਹੋਣਗੇ, ਕਿਤੇ ਵੀ ਕਿਸੇ ਦੇ ਨਾਲ ਗੱਲ ਕਰਦਿਆਂ, ਸ਼ੇਅਰ ਕਰਦਿਆਂ ਬਹੁਤ ਹੀ ਜ਼ਿਆਦਾ ਹੈਸੀਟੇਟ ਕਰਦੇ ਹੋਣਗੇ। ਉਹ ਜ਼ਿਆਦਾ ਘੁਲਦੇ ਮਿਲਦੇ ਨਹੀਂ ਹੋਣਗੇ ਜਾਂ ਫਿਰ ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਉਹ ਕੰਪਲੀਟ ਐਕਸਟ੍ਰੀਮ ਹੋ ਸਕਦਾ ਹੈ। ਜੇਕਰ ਤੁਹਾਡੇ ਬੱਚੇ ਇਸ ਵਿੱਚੋਂ ਗੁਜ਼ਰ ਰਹੇ ਨੇ ਤਾਂ ਪਲੀਜ਼ ਸੈਂਡ ਮੀ ਈਮੇਲ, ਸੈਂਡ ਮੀ ਮੈਸੇਜ ਤਾਂ ਕਿ ਮੈਂ ਤੁਹਾਨੂੰ ਕੁਇਕ ਟਿਪਸ ਡਾਇਰੈਕਟਲੀ ਭੇਜ ਸਕਾਂ ਕਿ ਤੁਸੀਂ ਆਪਣੇ ਬੱਚਿਆਂ ਦੀ ਮਾਨਸਿਕ ਸਰੀਰਕ ਸਿਹਤ ਸੰਭਾਲ ਕਿਵੇਂ ਕਰਨੀ ਹੈ ਤੇ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ ਸੰਭਾਲ ਕਿਵੇਂ ਕਰਨੀ ਹੈ। ਜਦੋਂ ਜਿਹੜਾ ਮਾਂ ਜਾਂ ਬਾਪ ਇਹ ਡਿਸੀਜਨ ਕਰਦਾ ਹੈ ਕਿ ਉਹ ਬੱਚਿਆਂ ਨੂੰ ਘਰ ਨੂੰ ਜੋੜੇ ਰੱਖਣ ਦੇ ਵਾਸਤੇ ਉਸ ਘਰ ਦੇ ਵਿੱਚ ਅਬਿਊਸਿਵ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦਾ ਰਹੇਗਾ ਜਾਂ ਰਹਿੰਦੀ ਰਹੇਗੀ, ਉਹ ਉਸ ਵੇਲੇ ਬੱਚਿਆਂ ਨੂੰ ਇਹ ਸਿਖਾ ਰਹੇ ਨੇ ਕਿ ਤੁਸੀਂ ਬਿਲਕੁਲ ਵੀ ਅਹਿਮੀਅਤ ਨਹੀਂ ਰੱਖਦੇ, ਤੁਹਾਡਾ ਆਪਣਾ ਆਪ ਬਿਲਕੁਲ ਵੀ ਅਹਿਮੀਅਤ ਨਹੀਂ ਰੱਖਦਾ। ਤੁਸੀਂ ਬੱਚਿਆਂ ਨੂੰ ਆਪਣੀ ਇੱਜ਼ਤ ਕਰਨਾ ਸਿਖਾ ਨਹੀਂ ਰਹੇ, ਤੁਸੀਂ ਬੱਚਿਆਂ ਨੂੰ ਸੈਲਫ ਐਸਟੀਮ ਦਾ ਲੈਸਨ ਨਹੀਂ ਦੇ ਰਹੇ, ਤੁਸੀਂ ਬੱਚਿਆਂ ਦੇ ਅੰਦਰੋਂ ਕੌਨਫੀਡੈਂਸ ਖਤਮ ਕਰ ਰਹੇ ਹੋ ਤੇ ਇਹ ਇੱਕ ਕ੍ਰਾਈਮ ਹੈ। ਪਲੀਜ਼ ਇਹ ਨਾ ਕਰਨਾ, ਕਦੇ ਵੀ ਨਾ ਕਰਨਾ। 21 Days to Happiness ਦੇ ਇਸ ਵੀਡੀਓ ਸੀਰੀਜ਼ ਦੇ ਵਿੱਚ, ਇਸ ਫੇਸਬੁੱਕ ਪੇਜ ਦੇ ਵਿੱਚ ਤੁਸੀਂ ਵੱਖ-ਵੱਖ ਤਰੀਕਿਆਂ ਦੇ ਰਾਹੀਂ ਨਾਰਸਿਸਿਸਟ ਅਬਿਊਜ਼, ਕੋਵਰਟ ਅਬਿਊਜ਼, ਫਲਾਈਂਗ ਮੰਕੀਜ਼, ਤੁਸੀਂ ਪ੍ਰੋਜੈਕਸ਼ਨ, ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖਦੇ ਰਹੋਗੇ। ਜਾਂ ਤੇ ਇਹ ਡਾਇਰੈਕਟਲੀ ਮੇਰੀਆਂ ਵੀਡੀਓਜ਼ ਦੇ ਰਾਹੀਂ, ਮੇਰੇ ਪੋਸਟ ਦੇ ਰਾਹੀਂ ਹੋਏਗਾ ਤੇ ਜਾਂ ਫਿਰ ਉਹਨਾਂ ਵੀਡੀਓਜ਼ ਦੇ ਉੱਪਰ ਜਿਹੜੇ ਕਮੈਂਟਸ ਨੇ, ਫੇਕ ਆਈਡੀਜ਼ ਦੇ ਰਾਹੀਂ ਜਿਹੜੇ ਕਮੈਂਟਸ ਆਉਣਗੇ ਉਹਨਾਂ ਦੇ ਰਾਹੀਂ ਹੋਏਗਾ। ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਜਿਸ ਦਿਨ ਤੁਸੀਂ ਅਬਿਊਜ਼ ਦੇ ਖਿਲਾਫ
ਖੜੇ ਹੋਵੋਗੇ ਜਾਂ ਜਿਸ ਦਿਨ ਵੀ ਤੁਸੀਂ ਆਪਣੇ ਆਪ ਦੇ ਵਾਸਤੇ ਫੈਸਲਾ ਲਵੋਗੇ ਤਾਂ ਤੁਹਾਨੂੰ ਹੋਰ ਬਹੁਤ ਕੁਝ ਬਰਦਾਸ਼ਤ ਕਰਨਾ ਪਵੇਗਾ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦੀ ਹਾਂ, ਯੂ ਡੋਨਟ ਹੈਵ ਟੂ ਟੈਲ ਯੂਰ ਸਟੋਰੀ। ਰੀਜ਼ਨ ਬੀਇੰਗ, ਸਮਾਂ ਤੁਹਾਡੀ ਕਹਾਣੀ ਸਭ ਨੂੰ ਆਪੇ ਦੱਸ ਦੇਗਾ। ਸੋ ਤੁਸੀਂ ਜ਼ਿੰਦਗੀ ਜੀਂਦੇ ਰਹੋ, ਤੁਸੀਂ ਆਪਣੀ ਮਾਨਸਿਕ, ਆਤਮਿਕ, ਸਰੀਰਕ ਸਿਹਤ ਸੰਭਾਲ ਕਰਦੇ ਰਹੋ। ਇਹਨਾਂ ਵੀਡੀਓਜ਼ ਦੇ ਨਾਲ ਜੁੜੇ ਰਹਿਣਾ ਤੇ ਜਿਹੜੀਆਂ ਕੁਇਕ ਟਿਪਸ ਮੈਂ ਤੁਹਾਨੂੰ ਦੱਸਦੀ ਰਹਾਂਗੀ ਉਹਨਾਂ ਨੂੰ ਜ਼ਰੂਰ ਉਹਨਾਂ ਤੇ ਕੰਮ ਕਰਦੇ ਰਹਿਣਾ। ਸੋ ਆਪਾਂ ਪਹਿਲਾਂ ਗੱਲ ਕੀਤੀ ਸੀ ਡੀਪ ਬਰੀਥਿੰਗ ਦੀ। ਆਈ ਰੀਲੀ ਹੋਪ ਕਿ ਤੁਸੀਂ ਡੀਪ ਬਰੀਥਿੰਗ ਦੀ ਪ੍ਰੈਕਟਿਸ ਕਰ ਰਹੇ ਹੋਵੋਗੇ ਤੇ ਤੁਸੀਂ ਇਹ ਪ੍ਰੈਕਟਿਸ ਆਉਂਦੇ 21 ਦਿਨ ਕਰਦੇ ਰਹੋਗੇ। ਜਿਹੜੀ 21 ਦਿਨ ਦੀ ਮੈਂ ਗੱਲ ਕੀਤੀ ਹੈ ਨਾ ਕਿ ਇਹਦੇ ਨਾਲ ਆਦਤਾਂ ਬਦਲ ਜਾਂਦੀਆਂ ਨੇ, ਇਹਦੇ ਨਾਲ ਆਪਾਂ ਆਪਣੇ ਆਪ ਨੂੰ ਹੋਰ ਬਿਹਤਰ ਕਰ ਸਕਦੇ ਹਾਂ, ਇਹ ਮੈਂ ਪਰਖਿਆ ਹੋਇਆ ਤੇ ਮੈਂ ਸਿਰਫ ਉਹਨਾਂ ਗੱਲਾਂ ਦੀ ਹੀ ਗੱਲ ਕਰਦੀ ਹਾਂ ਜਿਹੜੀਆਂ ਮੈਂ ਆਪ ਜਾਂ ਕਰਦੀ ਹਾਂ ਜਾਂ ਪਰਖੀਆਂ ਹੋਈਆਂ ਨੇ। ਸੋ ਥੈਂਕ ਯੂ ਸੋ ਮਚ ਤੁਹਾਡੇ ਯਕੀਨ ਦੇ ਵਾਸਤੇ ਮੇਰੇ ਉੱਤੇ, ਥੈਂਕ ਯੂ ਸੋ ਮਚ ਤੁਹਾਡੇ ਟਰਸਟ ਦੇ ਵਾਸਤੇ। ਯਕੀਨ, ਟਰਸਟ ਇਸ ਗੱਲ ਦਾ ਕਿ ਜਦੋਂ ਮੈਂ ਤੁਹਾਨੂੰ ਕੁਇਕ ਟਿਪਸ ਭੇਜਦੀ ਹਾਂ ਤੇ ਤੁਸੀਂ ਉਹਨਾਂ ਦੇ ਉੱਤੇ ਕੰਮ ਵੀ ਕਰਦੇ ਹੋ, ਫਿਰ ਤੁਸੀਂ ਮੈਨੂੰ ਮੈਸੇਜ ਵੀ ਕਰਦੇ ਹੋ, ਦੱਸਦੇ ਵੀ ਹੋ ਕਿ ਉਹ ਕੁਇਕ ਟਿਪਸ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਚੇਂਜ ਕਰ ਰਹੀਆਂ ਨੇ। ਮੇਰਾ ਮੰਤਵ 21 ਡੇਜ਼ ਟੂ ਹੈਪੀਨੈਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਪੀਸ ਆਫ ਮਾਈਂਡ, ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ, ਕੰਟੈਂਟਮੈਂਟ, ਸਬਰ, ਸੰਤੋਖ, ਸੰਤੁਸ਼ਟੀ ਲੈ ਕੇ ਆਉਣਾ ਹੈ। ਮੈਂ ਇਹ ਕੰਮ ਤੁਹਾਡੀ ਹੈਲਪ ਤੋਂ ਬਿਨਾਂ ਬਿਲਕੁਲ ਵੀ ਨਹੀਂ ਕਰ ਸਕਦੀ। ਸੋ ਹੁਣ ਤੋਂ ਇੱਕ ਗੱਲ ਯਾਦ ਰੱਖਣੀ ਹੈ ਕਿ ਜਦੋਂ ਵੀ ਤੁਹਾਡੇ ਨਾਲ ਕੋਈ ਵੀ ਗੱਲਬਾਤ ਹੋ ਰਹੀ ਹੈ, ਮੈਂ ਗੱਲਬਾਤ ਬਹੁਤ ਲੂਜ਼ਲੀ ਵਰਡ ਕਹਿ ਰਹੀ ਹਾਂ ਕਿਉਂਕਿ ਇਹ ਗੱਲਬਾਤ ਬਹੁਤ ਐਬਿਊਸਿਵ ਵੀ ਹੋ ਸਕਦੀ ਹੈ, ਤੁਸੀਂ ਰਿਸਪੌਂਡ ਕਰਨਾ, ਰਿਐਕਟ ਨਹੀਂ ਕਰਨਾ। ਪ੍ਰੈਕਟਿਸ ਡੀਪ ਬਰੀਥਿੰਗ ਤੇ ਨਾਲ ਹੀ ਇੱਕ ਗੱਲ ਯਾਦ ਰੱਖਣੀ ਹੈ ਕਿ ਜਦੋਂ ਵੀ ਕੋਈ ਫੈਸਲਾ ਕਰ ਰਹੇ ਹੋ ਤਾਂ ਉਹ ਧੁੰਦ ਦੇ ਅੰਦਰ ਖੜੇ ਹੋ ਕੇ ਨਹੀਂ ਕਰ ਰਹੇ, ਰੌਸ਼ਨੀ ਜ਼ਰੂਰ ਜਗਾਉਣੀ ਹੈ। ਰੌਸ਼ਨੀ ਪਤਾ ਕਿਵੇਂ ਜਗਾਉਣੀ ਹੈ? ਡੀਪ ਬਰੀਥਿੰਗ ਦੇ ਨਾਲ। ਸੀ ਹਰ ਇੱਕ ਚੀਜ਼ ਕਨੈਕਟਡ ਹੈ। ਡੀਪ ਬਰੀਥਿੰਗ ਬਿਲਕੁਲ ਪਹਿਲਾ ਸਟੈਪ ਹੈ, ਉਹ ਕਰਨਾ ਸ਼ੁਰੂ ਕਰੋ। ਉਹਦੇ ਨਾਲ ਆਪਣੇ ਦਿਮਾਗ ਦੇ ਅੰਦਰ ਜਿਹੜੀ ਧੁੰਦ ਹੈ ਉਹਨੂੰ ਦੂਰ ਕਰੋ। ਧੁੰਦ ਫੀਅਰ, ਆਬਲੀਗੇਸ਼ਨ ਤੇ ਗਿਲਟ ਦੀ। ਅਸੀਂ ਫੀਅਰ, ਆਬਲੀਗੇਸ਼ਨ ਤੇ ਗਿਲਟ ਨੂੰ ਤੁਹਾਡੇ ਅੰਦਰੋਂ ਕੰਪਲੀਟਲੀ ਖਤਮ ਕਰ ਦੇਣਾ ਹੈ। ਤੇ ਜਿਵੇਂ ਮੈਂ ਪਹਿਲਾਂ ਕਹਿ ਕੇ ਹਟੀ ਹਾਂ, ਮੈਂ ਇਹ ਕੰਮ ਤੁਹਾਡੀ ਹੈਲਪ ਤੋਂ ਬਿਨਾਂ ਨਹੀਂ ਕਰ ਸਕਦੀ। ਤੁਸੀਂ ਅੱਜ ਤੋਂ ਇੱਕ ਗੱਲ ਯਾਦ ਰੱਖਣੀ ਹੈ, ਜਦੋਂ ਵੀ ਤੁਹਾਡੇ ਨਾਮ ਦੇ ਉੱਪਰ ਕੋਈ ਆਰੋਪ ਲੱਗ ਰਿਹਾ ਹੈ, ਜਦੋਂ ਵੀ ਤੁਹਾਡੀ ਕੈਰੈਕਟਰ ਅਸੈਸੀਨੇਸ਼ਨ ਹੋ ਰਹੀ ਹੈ, ਤੁਸੀਂ ਕੀ ਕਰਨਾ? ਆਪਣੇ ਆਪ ਨੂੰ ਡਿਫੈਂਡ ਨਹੀਂ ਕਰਨਾ, ਆਪਣੇ ਆਪ ਨੂੰ ਉਸ ਸਿਚੁਏਸ਼ਨ ਦੇ ਵਿੱਚੋਂ ਰਿਮੂਵ ਕਰਨਾ। ਸਿੰਪਲੀ ਇੱਕ ਗੱਲ ਕਹਿਣੀ ਹੈ, whatever makes you happy, ਜੋ ਵੀ ਤੁਹਾਨੂੰ ਖੁਸ਼ ਕਰਦਾ ਨਾ ਮੰਨ ਲਓ। ਰੀਜ਼ਨ ਬੀਇੰਗ, ਤੁਸੀਂ ਜੋ ਹੋ, ਤੁਹਾਡਾ ਹਿਰਦਾ ਜੋ ਹੈ ਇਹ ਤੁਸੀਂ ਜਾਣਦੇ ਹੋ ਜਾਂ ਪਰਮਾਤਮਾ ਜਾਣਦਾ ਹੈ। ਤੁਹਾਨੂੰ ਜੱਜ ਕਰਨ ਦਾ ਹੱਕ ਸਿਰਫ ਤੇ ਸਿਰਫ ਉਸ ਪਰਮਾਤਮਾ ਦੇ ਕੋਲ ਹੈ। ਸੋ ਇਸ ਵਾਸਤੇ ਜਦੋਂ ਮਨ ਡੋਲਦਾ ਉਦੋਂ ਜੇ ਹੋਰ ਕੁਝ ਨਹੀਂ ਕਰ ਸਕਦੇ, ਮੂਲ ਮੰਤਰ ਦਾ ਪਾਠ ਕਰਨਾ 5 ਵਾਰੀ। 5 ਕਿਉਂ? 5 ਪਿਆਰੇ, 5 ਨੰਬਰ ਹੈ ਸਾਡਾ ਸੁੱਚਾ ਨੰਬਰ। ਸੋ ਇਸ ਵਾਸਤੇ 5 ਵਾਰੀ ਉਹ ਪਾਠ ਕਰ ਲਿਓ। ਜੇ ਫੇਰ ਮਨ ਡੋਲਦਾ ਲੱਗੇ ਨਾ, ਫਿਰ ਚੌਪਈ ਸਾਹਿਬ ਦਾ ਪਾਠ ਕਰ ਲਿਓ। ਰੀਜ਼ਨ, ਮੈਂ ਇਹ ਵੀ ਪਰਤਿਆਇਆ ਹੋਇਆ ਜ਼ਿੰਦਗੀ ਦੇ ਪਹਿਲੇ ਕਦਮਾਂ ਦੇ ਵਿੱਚ ਮੈਂ ਵਾਹਿਗੁਰੂ ਦੇ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਸੀ। ਮੇਰੇ ਪਿਤਾ ਦੀ ਮੌਤ ਤੋਂ ਬਾਅਦ ਜ਼ਿੰਦਗੀ ਜਿਹੋ ਜਿਹੀ ਵੀ ਹੋਈ, ਮੈਂ ਉਸ ਵੇਲੇ ਪਰਮਾਤਮਾ ਤੋਂ ਥੋੜੀ ਪਰੇ ਵੀ ਹੋ ਗਈ। ਪਰ ਮੈਨੂੰ ਇਸ ਗੱਲ ਦੀ ਬਹੁਤ ਹੀ ਖੁਸ਼ੀ ਹੈ ਕਿ ਅੱਜ ਦੁਬਾਰਾ ਮੇਰਾ ਮਨ, ਮੇਰਾ ਹਿਰਦਾ ਇੱਕ ਵਾਰੀ ਫਿਰ ਤੋਂ ਸੰਤੁਸ਼ਟ ਹੈ, ਖੁਸ਼ ਹੈ, ਸਬਰ ਦੇ ਨਾਲ ਭਰਿਆ ਹੋਇਆ। ਕਿਉਂ? ਕਿਉਂਕਿ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਹੈ ਤੇ ਇਹ ਕਿਰਪਾ ਤੁਹਾਡੇ ਸਭ ਦੇ ਉੱਤੇ ਵੀ ਹੈ। ਕਿਉਂ? ਸਾਡਾ ਉਹ ਟੀਚਰ ਜਿਹੜਾ ਹੈ, ਸਾਡਾ ਉਹ ਵਾਹਿਗੁਰੂ ਹੈ, ਉਹ ਸਾਨੂੰ ਸਭ ਨੂੰ ਪਾਸ ਦੇਖਣਾ ਚਾਹੁੰਦਾ ਹੈ, ਉਹ ਸਾਨੂੰ ਕਿਸੇ ਨੂੰ ਵੀ ਫੇਲ ਨਹੀਂ ਦੇਖਣਾ ਚਾਹੁੰਦਾ। ਸੋ ਇਸ ਵਾਸਤੇ ਤੁਸੀਂ ਆਪਣਾ ਕੰਮ ਕਰਦੇ ਰਹਿਣਾ, ਤੁਸੀਂ ਆਪਣੇ ਆਪ ਦੇ ਵਾਸਤੇ ਖੜੇ ਹੋਣਾ ਹੈ। ਤੁਸੀਂ ਅਗਰ ਆਪਣੇ ਆਪ ਦੇ ਵਾਸਤੇ ਖੜੇ ਹੋਵੋਗੇ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਆਪ ਦੇ ਵਾਸਤੇ ਖੜੇ ਹੋਣਾ ਸਿਖਾਓਗੇ। ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਆਪ ਦੇ ਵਾਸਤੇ ਖੜੇ ਹੋਣਾ ਸਿਖਾਓਗੇ ਤਾਂ ਤੁਸੀਂ ਦੁਨੀਆ ਦੇ ਵਿੱਚੋਂ, ਸਕੂਲ ਦੇ ਵਿੱਚੋਂ ਬੁਲਿੰਗ ਖਤਮ ਕਰੋਗੇ ਤੇ ਸਕੂਲ ਦੇ ਵਿੱਚੋਂ ਬੁਲਿੰਗ ਖਤਮ ਹੋਏਗੀ, ਕਮਿਊਨਿਟੀ ਦੇ ਵਿੱਚੋਂ ਬੁਲਿੰਗ ਖਤਮ ਹੋਏਗੀ, ਕਮਿਊਨਿਟੀ ਦੇ ਵਿੱਚੋਂ ਬੁਲਿੰਗ ਖਤਮ ਹੋਏਗੀ, ਸਮਾਜ ਦੇ ਵਿੱਚੋਂ ਹੋਏਗੀ, ਦੇਸ਼ ਦੇ ਵਿੱਚੋਂ ਹੋਏਗੀ, ਯੂਨੀਵਰਸ ਦੇ ਵਿੱਚੋਂ ਹੋਏਗੀ। ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਕੰਮ ਕਿੱਥੋਂ ਸ਼ੁਰੂ ਹੋਣਾ ਹੈ? ਤੁਸੀਂ ਆਪਣੇ ਆਪ ਦੇ ਵਾਸਤੇ ਖੜੇ ਹੋਣਾ ਹੈ। ਤੁਹਾਡੇ ਡਿਸੀਜਨਸ ਫੀਅਰ, ਆਬਲੀਗੇਸ਼ਨ ਤੇ ਗਿਲਟ ਦੇ ਅੰਦਰ ਨਹੀਂ ਹੋਣੇ ਚਾਹੀਦੇ। ਤੁਹਾਡੀ ਜਿਹੜੀ ਸਰੀਰਕ ਸਿਹਤ ਹੈ ਇਹ ਬਹੁਤ ਜ਼ਰੂਰੀ ਹੈ। ਤੁਹਾਡਾ ਆਪਣੇ ਆਪ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਹ ਕੰਮ ਕਿੱਥੋਂ ਸ਼ੁਰੂ ਕਰਨਾ ਹੈ? ਆਪਣੇ ਆਪ ਦੀ ਸੰਭਾਲ ਕਰਦੇ ਹੋਏ, ਮਾਨਸਿਕ ਤੇ ਸਰੀਰਕ ਦੋਨੋਂ। ਸਰੀਰਕ
ਸਾਹ ਲੈਣਾ ਸ਼ੁਰੂ ਕਰੋ ਡੀਪਲੀ। ਜਦੋਂ ਅਸੀਂ ਐਂਕਸ਼ੀਅਸ ਹੁੰਦੇ ਆ ਨਾ, ਉਦੋਂ ਸਭ ਤੋਂ ਪਹਿਲਾਂ ਆਪਾਂ ਨੂੰ ਸਾਹ ਲੈਣਾ ਚੇਤੇ ਭੁੱਲ ਜਾਂਦਾ ਹੈ। ਇਹ ਵੀ ਹੁੰਦਾ ਹੈ। ਜ਼ਿੰਦਗੀ ਬਹੁਤ ਇੰਟਰਸਟਿੰਗ ਹੈ, ਬਹੁਤ ਹੀ ਇੰਟਰਸਟਿੰਗ ਹੈ, ਬਹੁਤ ਹੀ ਵਧੀਆ, ਬਹੁਤ ਹੀ ਖੁਸ਼ੀਆਂ ਭਰੀ ਹੈ। ਤੇ ਹਾਲੇ ਤੱਕ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕਿਸੇ ਵੀ ਔਖੀ ਘੜੀ ਵਿੱਚੋਂ ਲੰਘ ਕੇ ਜਾ ਰਹੇ ਹੋ ਨਾ, ਜਾਂ ਲੰਘ ਹਟੇ ਹੋ, ਜੇ ਤਾਂ ਲੰਘ ਹਟੇ ਹੋ ਫਿਰ ਤਾਂ ਤੁਹਾਨੂੰ ਪਤਾ ਹੈ ਕਿ ਉਹ ਇਮਤਿਹਾਨ ਸੀ ਤੇ ਹੁਣ ਖੁਸ਼ੀਆਂ ਵਾਲਾ ਟਾਈਮ ਹੈ, ਸੈਲੀਬ੍ਰੇਸ਼ਨਸ ਆ। ਤੇ ਜੇ ਲੰਘ ਰਹੇ ਹੋ ਤਾਂ ਪਲੀਜ਼ ਯਕੀਨ ਰੱਖਣਾ ਕਿ ਇਹ ਇਮਤਿਹਾਨ ਚੱਲ ਰਿਹਾ ਹੈ, ਤੇ ਜਦੋਂ ਇਮਤਿਹਾਨ ਮੁੱਕਦਾ ਹੈ ਨਾ ਤੇ ਫਿਰ ਸੈਲੀਬ੍ਰੇਸ਼ਨਸ ਆਉਂਦੀਆਂ ਨੇ। ਸੋ ਆਪਣੀ ਮਿਹਨਤ ਕਰਦੇ ਰਹੋ, ਡੋਲਿਓ ਨਾ ਬਿਲਕੁਲ ਵੀ। Help is available. You are not alone. But stand up for yourself, for your children, for this society, for everybody, for this whole universe. ਇਹਦੇ ਨਾਲ ਇੱਕ ਕੰਮ ਹੋਰ ਕਰਨਾ ਹੈ, go vegan. ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਹਰ ਜੀਵ ਖੁਸ਼ ਹੋਵੇ, ਹਰ ਮਾਂ ਖੁਸ਼ ਹੋਵੇ, ਤਾਂ ਫਿਰ ਪਲੀਜ਼ go vegan, ਤਾਂ ਕਿ ਕੋਈ ਵੀ ਮਾਂ ਕਿਤੇ ਵੀ ਕੈਦ ਨਾ ਹੋਵੇ। ਤੁਹਾਡੀ ਡੇਅਰੀ ਦੇ ਵਾਸਤੇ, ਤੁਹਾਡੇ ਬੇਕਨ ਦੇ ਵਾਸਤੇ, ਤੁਹਾਡੇ ਚਿਕਨ ਦੇ ਵਾਸਤੇ। Please educate yourself. Please, please, please educate yourself about narcissism, about abuse, about veganism, about factory farming, about everything. Educate yourself, please. Thank you so much. ਮਿਲਦੇ ਹਾਂ ਅਗਲੀ ਵਾਰੀ। ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਆਪਣੇ ਵਿਊਜ਼ ਸ਼ੇਅਰ ਕਰਨੇ, ਤੇ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਇਵੇਂ ਹੀ ਜਾਰੀ ਰੱਖਾਂਗੇ। ਟੇਕ ਕੇਅਰ। ਅਗਲੀ ਵਾਰ ਤਾਈਂ ਫਿਰ ਮਿਲਦੇ ਹਾਂ।